जनाब डॉक्टर नरिंदर सिंह कपूर जी की किताब तर्क वेद विचों एक होर रचना दूजा विआह मिंजानिब पंजाबिस्तान। 20ਵੀਂ सदी ਦੇ 50ਵਿਆਂ ਵਿੱਚ ਨਵੇਂ ਕਾਨੂੰਨ ਦੇ ਲਾਗੂ ਹੋਣ ਨਾਲ ਪਹਿਲੀ ਪਤਨੀ ਜਾਂ ਪਤੀ ਦੇ ਜਿਉਂਦਿਆਂ ਦੂਜਾ ਵਿਆਹ ਕਰਨਾ ਇੱਕ ਕਾਨੂੰਨੀ ਜੁਰਮ ਬਣ ਗਿਆ ਸੀ। ਪਹਿਲੀ ਪਤਨੀ ਜਾਂ ਪਹਿਲੇ ਪਤੀ ਦੇ ਜਿਉਂਦਿਆਂ ਦੂਜਾ ਵਿਆਹ ਕਰਵਾਉਣ ਲਈ ਹੁਣ ਇੱਕ ਮਾਤਰ ਢੰਗ ਤਲਾਕ ਹੀ ਰਹਿ ਗਿਆ ਹੈ। ਇਸ ਤੋਂ ਇਲਾਵਾ ਪਹਿਲੀ ਪਤਨੀ ਜਾਂ ਪਹਿਲੇ ਪਤੀ ਦੀ ਮੌਤ ਉਪਰੰਤ ਪੁਨਰ ਵਿਆਹ ਦੀ ਸਹੂਲਤ ਪਹਿਲੇ ਵਾਂਗ ਹੀ ਬਣੀ ਹੋਈ ਹੈ। ਸਾਡੇ ਦੇਸ਼ ਦੇ ਬਹੁਤੇ ਇਲਾਕਿਆਂ ਵਿੱਚ ਬਹੁਪਤੀ ਵਿਆਹਾਂ ਦੀ ਪ੍ਰਥਾ ਬਹੁਤ ਘਟ ਗਈ ਹੈ, ਜਦੋਂ ਕਿ ਬਹੁਪਤਨੀ ਵਿਆਹਾਂ ਦੀਆਂ ਸੈਂਕੜੇ ਹਜ਼ਾਰਾਂ ਨਹੀਂ ਸਗੋਂ ਲੱਖਾਂ ਮਿਸਾਲਾਂ ਮਿਲਦੀਆਂ ਹਨ। ਮੁਸਲਿਮ ਧਰਮ ਅਤੇ ਸੱਭਿਆਚਾਰ ਨੇ ਆਪਣੇ ਪ੍ਰਭਾਵ ਅਧੀਨ ਖੇਤਰਾਂ ਵਿੱਚ ਬਹੁਪਤਨੀ ਵਿਆਹਾਂ ਦੀ ਪ੍ਰਥਾ ਨੂੰ ਪ੍ਰਚਲਿਤ ਕੀਤਾ ਹੈ। ਅਜੋਕੇ ਸਮਾਜ ਵਿੱਚ ਦੂਜੇ ਵਿਆਹ ਦੀ ਲੋੜ, ਸਮੱਸਿਆ ਅਤੇ ਸੰਭਾਵਨਾ ਪਹਿਲੀ ਪਤਨੀ ਜਾਂ ਪਹਿਲੇ ਪਤੀ ਦੇ ਮਰ ਜਾਣ ਕਾਰਨ ਅਤੇ ਤਲਾਕ ਦੀ ਸਥਿਤੀ ਵਿੱਚ ਹੀ ਉਤਪੰਨ ਹੁੰਦੀ ਹੈ। ਵਿੱਦਿਆ ਦੇ ਪ੍ਰਸਾਰ ਅਤੇ ਔਰਤਾਂ ਦਾ ਵੱਡੀ ਗਿਣਤੀ ਵਿੱਚ ਨੌਕਰੀ ਕਰਨਾ ਅਜਿਹੇ ਦੋ ਮੁੱਖ ਕਾਰਨ ਹਨ ਜਿਨ੍ਹਾਂ ਨੇ ਵਿਆਹ ਸੰਬੰਧੀ ਪਰੰਪਰਾਗਤ ਦ੍ਰਿਸ਼ਟੀਕੋਣ ਨੂੰ ਬਦਲ ਦਿੱਤਾ ਹੈ। ਹੌਲੀ-ਹੌਲੀ ਵਿਆਹ ਦਾ ਆਧਾਰ ਔਰਤ ਦੀ ਪੁਰਸ਼ ਉੱਤੇ ਆਰਥਿਕ ਨਿਰਭਰਤਾ ਦੀ ਥਾਂ ਭਾਵਕ ਸਾਂਝ ਬਣਦਾ ਜਾ ਰਿਹਾ ਹੈ। ਆਪ ਕਮਾਉਂਦੀ ਔਰਤ ਸੁਭਾਵਿਕ ਹੀ ਆਪਣੀ ਸਮਰੱਥਾ ਅਨੁਸਾਰ ਵਿਆਹ ਦੇ ਮਾਮਲੇ ਵਿੱਚ ਆਪਣੀ ਮਨਮਰਜ਼ੀ ਕਰਦੀ ਹੈ ਅਤੇ ਆਮ ਕਰਕੇ ਵਿਆਹ ਸਮੇਂ ਉਸ ਦੀ ਪ੍ਰਵਾਨਗੀ ਲਈ ਜਾਂਦੀ ਹੈ। ਇਸ ਦੇ ਨਾਲ ਹੀ ਤਲਾਕਸ਼ੁਦਾ ਔਰਤ ਜਾਂ ਵਿਧਵਾ ਔਰਤ ਪ੍ਰਤੀ ਵੀ ਸਮਾਜ ਦਾ ਦ੍ਰਿਸ਼ਟੀਕੋਣ ਘ੍ਰਿਣਾ ਦੀ ਥਾਂ ਪ੍ਰਵਾਨਗੀ ਵਾਲਾ ਹੁੰਦਾ ਜਾ ਰਿਹਾ ਹੈ। ਹੁਣ ਕਿਸੇ ਦੇ ਦੂਜੇ ਵਿਆਹ ਤੇ ਹੈਰਾਨੀ ਨਹੀਂ ਹੁੰਦੀ। ਪਰੰਪਰਾਗਤ ਸਮਾਜ ਨੇ ਵਿਧਵਾ ਦੇ ਦੁਬਾਰਾ ਸੁਹਾਗਣ ਬਣਨ ਉੱਤੇ ਜਿਹੜੀਆਂ ਬੰਦਸ਼ਾਂ ਲਾਈਆਂ ਸਨ, ਉਹ ਆਰਥਿਕ ਸ਼ਕਤੀਆਂ ਦੇ ਸਾਹਮਣੇ ਬਿਲਕੁਲ ਨਿਰਬਲ ਹੋ ਗਈਆਂ ਹਨ ਅਤੇ ਹੁਣ ਵਿਧਵਾ ਜਾਂ ਤਲਾਕਸ਼ੁਦਾ ਔਰਤਾਂ ਨੂੰ ਆਪਣੇ ਭਵਿੱਖ ਸੰਬੰਧੀ ਫੈਸਲੇ ਕਰਨ ਦੀ ਖੁੱਲ੍ਹ ਮਿਲ ਰਹੀ ਹੈ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਵਿਧਵਾ ਜਾਂ ਤਲਾਕਸ਼ੁਦਾ ਔਰਤ ਨੂੰ ਮਾਪੇ ਜਾਂ ਭਰਾ ਆਪਣੀਆਂ ਆਰਥਿਕ ਅਤੇ ਪਰਿਵਾਰਿਕ ਮਜਬੂਰੀਆਂ ਕਾਰਨ ਆਪਣੇ ਕੋਲ ਰੱਖਣ ਤੋਂ ਅਸਮਰੱਥ ਹੁੰਦੇ ਜਾ ਰਹੇ ਹਨ। ਇਸ ਸਥਿਤੀ ਵਿੱਚ ਆਪਣੀ ਉਮਰ, ਡੀਲ ਡੌਲ, ਵਿਦਿਅਕ ਯੋਗਤਾ, ਨੌਕਰੀ, ਜਾਇਦਾਦ, ਸੰਤਾਨ ਆਦਿ ਦੇ ਸੰਦਰਭ ਵਿੱਚ ਦੂਜਾ ਵਿਆਹ ਕਰਵਾਉਣ ਜਾਂ ਨਾ ਕਰਵਾਉਣ ਦਾ ਫੈਸਲਾ ਬਹੁਤ ਹੱਦ ਤੱਕ ਉਹ ਆਪ ਹੀ ਕਰਦੀ ਹੈ। ਭਾਵੇਂ ਮਾਪੇ ਜਾਂ ਰਿਸ਼ਤੇਦਾਰ ਮਦਦ ਕਰਦੇ ਹਨ, ਪਰ ਮੁੱਖ ਜ਼ਿੰਮੇਵਾਰੀ ਉਸ ਔਰਤ ਦੀ ਆਪਣੀ ਹੁੰਦੀ ਹੈ, ਕਿਉਂਕਿ ਪਹਿਲੇ ਵਿਆਹ ਨੇ ਉਸ ਔਰਤ ਨੂੰ ਦੁਨੀਆਦਾਰੀ ਦੇ ਪੱਖੋਂ ਸਿਆਣਾ ਬਣਾ ਦਿੱਤਾ ਹੁੰਦਾ ਹੈ। ਵਿਧਵਾਵਾਂ ਜਾਂ ਤਲਾਕਸ਼ੁਦਾ ਔਰਤਾਂ ਦਾ ਵਿਆਹ ਆਮ ਕਰਕੇ ਪਤੀ ਦੀ ਮੌਤ ਜਾਂ ਤਲਾਕ ਉਪਰੰਤ 2 ਤੋਂ 4 ਸਾਲਾਂ ਵਿੱਚ ਹੋ ਜਾਂਦਾ ਹੈ ਅਤੇ ਵਧੇਰਾ ਸਮਾਂ ਬੀਤਣ ਨਾਲ ਇਹ ਸੰਭਾਵਨਾ ਘਟਦੀ ਰਹਿੰਦੀ ਹੈ। ਬਹੁਤ ਸਾਰੀਆਂ ਵਿਧਵਾਵਾਂ ਦੂਜਾ ਵਿਆਹ ਕਰਨ ਲਈ ਤਿਆਰ ਨਹੀਂ ਹੁੰਦੀਆਂ, ਭਾਵੇਂ ਕਿ ਉਹਨਾਂ ਵਿੱਚ ਕਿਸੇ ਪੁਰਸ਼ ਦਾ ਸਹਾਰਾ ਪ੍ਰਾਪਤ ਕਰਨ ਦੀ ਅਭਿਲਾਸ਼ਾ ਨਿਰੰਤਰ ਬਣੀ ਰਹਿੰਦੀ ਹੈ। ਦੂਜਾ ਵਿਆਹ ਨਾ ਕਰਨ ਪਿੱਛੇ ਇੱਕ ਭਾਵਨਾ ਪਹਿਲੇ ਪਤੀ ਪ੍ਰਤੀ ਵਫਾਦਾਰ ਬਣੇ ਰਹਿਣ ਦੀ ਇੱਛਾ ਹੁੰਦੀ ਹੈ। ਆਉਣ ਵਾਲੇ ਰਿਸ਼ਤੇ ਨੂੰ ਇਸਤਰੀ ਗੁਆਚੇ ਪਤੀ ਦੇ ਆਦਰਸ਼ ਰੂਪ ਨਾਲ ਤੋਲ ਕੇ ਆਮ ਕਰਕੇ ਰੱਦ ਕਰ ਦਿੰਦੀ ਹੈ। ਇੱਕ ਕਾਰਨ ਇਹ ਵੀ ਹੈ ਕਿ ਪਹਿਲੇ ਪਤੀ ਦੇ ਮਰਨ ਉਪਰੰਤ ਉਸ ਨੇ ਬਹੁਤ ਹੱਦ ਤੱਕ ਆਪਣੇ ਆਪ ਨੂੰ ਇਕੱਲਿਆਂ ਰਹਿਣ ਲਈ ਤਿਆਰ ਕਰ ਲਿਆ ਹੁੰਦਾ ਹੈ ਅਤੇ ਮੁੱਢੋਂ ਸੁੱਢੋਂ ਇੱਕ ਨਵੇਂ ਰਿਸ਼ਤੇ ਨੂੰ ਨਿਭਾਉਣ ਅਤੇ ਨਵਾਂ ਬੋਝ ਚੁੱਕਣ ਲੱਗਿਆਂ ਉਹ ਅਨੁਭਵ ਕਰਦੀ ਹੈ ਕਿ ਵਿਆਹ ਸੰਬੰਧੀ ਜੋ ਕੁਝ ਵੀ ਚੰਗਾ ਸੀ ਉਹ ਤਾਂ ਪਹਿਲੇ ਪਤੀ ਨਾਲ ਚਲਾ ਗਿਆ ਹੈ ਅਤੇ ਦੂਜੇ ਵਿਆਹ ਦੀ ਸੋਚ ਨਾਲ ਹੀ ਉਹ ਥੱਕ ਜਾਂਦੀ ਹੈ। ਬੱਚੇ ਹੋਣ ਦੀ ਸੂਰਤ ਵਿੱਚ ਉਹ ਆਪਣੇ ਪਤੀ ਨੂੰ ਉਹਨਾਂ ਵਿੱਚੋਂ ਵੇਖਦੀ ਹੈ ਅਤੇ ਉਹਨਾਂ ਉੱਤੇ ਕਿਸੇ ਪਰਾਏ ਮਰਦ ਦਾ ਪਰਛਾਵਾਂ ਉਹ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹੁੰਦੀ। ਇੱਕ ਕਾਰਨ ਇਹ ਵੀ ਹੁੰਦਾ ਹੈ ਕਿ ਭਾਰਤੀ ਇਸਤਰੀਆਂ ਦਾ ਕਾਮ ਸੰਭੋਗ ਸੰਬੰਧੀ ਦ੍ਰਿਸ਼ਟੀਕੋਣ ਬੜਾ ਸੀਮਿਤ ਹੈ ਅਤੇ ਕਾਮ ਸੰਭੋਗ ਦੀ ਲੋੜ ਉਹਨਾਂ ਲਈ ਬਹੁਤੀ ਖਿੱਚ ਨਹੀਂ ਰੱਖਦੀ। ਸੋਚਣ, ਸਮਝਣ ਅਤੇ ਮਹਿਸੂਸ ਕਰਨ ਵਾਲੀ ਔਰਤ ਆਪਣੇ ਆਪ ਨੂੰ ਦੁਬਾਰਾ ਕੈਦ ਵਿੱਚ ਨਹੀਂ ਪਾਉਣਾ ਚਾਹੁੰਦੀ। ਜੇਕਰ ਪਹਿਲਾ ਪਤੀ ਚੰਗਾ ਵਿਅਕਤੀ ਸਾਬਤ ਨਾ ਹੋਇਆ ਹੋਵੇ ਤਾਂ ਫਿਰ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਉਹ ਦੂਜੇ ਵਿਆਹ ਦਾ ਸੁਪਨਾ ਵੀ ਨਹੀਂ ਲੈਣਾ ਚਾਹੁੰਦੀ। ਪਤਨੀ ਦੀ ਮੌਤ ਉਪਰੰਤ ਪੁਰਸ਼ ਨੂੰ ਵੀ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਉਸ ਦੀਆਂ ਮੁਸ਼ਕਿਲਾਂ ਕਈ ਕਾਰਨਾਂ ਕਰਕੇ ਅਸਹਿ ਨਹੀਂ ਹੁੰਦੀਆਂ। ਇਸ ਦਾ ਇੱਕ ਕਾਰਨ ਇਹ ਹੁੰਦਾ ਹੈ ਕਿ ਅਸੀਂ ਪੁਰਸ਼ ਪ੍ਰਧਾਨ ਸਮਾਜ ਵਿੱਚ ਰਹਿ ਰਹੇ ਹਾਂ। ਨਿਰਸੰਦੇਹ ਪੁਰਸ਼ ਆਪਣੀ ਪਤਨੀ ਦੀ ਮੌਤ ਦੇ ਦੁੱਖ ਨੂੰ ਔਖ ਸੌਖ ਨਾਲ ਬਰਦਾਸ਼ਤ ਕਰ ਲੈਂਦਾ ਹੈ।
ਇਸ ਦਾ ਮੁੱਖ ਕਾਰਨ ਇਹ ਹੁੰਦਾ ਹੈ ਕਿ ਪਤਨੀ ਦੀ ਮੌਤ ਦੇ ਬਾਵਜੂਦ ਘਰ ਦੀ ਆਰਥਿਕਤਾ ਲਗਭਗ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ। ਸਾਡੇ ਸਮਾਜ ਦੀ ਬਣਤਰ ਹੀ ਕੁਝ ਇਸ ਪ੍ਰਕਾਰ ਦੀ ਹੈ ਕਿ ਪਤਨੀ ਦੀ ਮੌਤ ਉਪਰੰਤ ਆਰਥਿਕ ਪੱਖੋਂ ਔਰਤ ਦੇ ਨਿਗੂਣੇ ਹੋਣ ਕਾਰਨ ਵੀ ਉਸ ਪੁਰਸ਼ ਨੂੰ ਦੂਜੇ ਵਿਆਹ ਦੀਆਂ ਅਨੇਕਾਂ ਪੇਸ਼ਕਸ਼ਾਂ ਹੁੰਦੀਆਂ ਹਨ। ਵਿਧਵਾ ਦੇ ਵਿਆਹ ਦੇ ਰਾਹ ਵਿੱਚ ਅਨੇਕਾਂ ਰੁਕਾਵਟਾਂ ਹਨ, ਜਿਨ੍ਹਾਂ ਕਰਕੇ ਵਿਧਵਾ ਦੇ ਵਿਆਹ ਵਿੱਚ ਦੇਰੀ ਹੋ ਜਾਂਦੀ ਹੈ, ਪਰ ਆਰਥਿਕ ਪੱਖੋਂ ਸਮਰੱਥ ਅਤੇ ਸੁਯੋਗ ਹੋਣ ਦੀ ਸਥਿਤੀ ਵਿੱਚ ਪੁਰਸ਼ ਨੂੰ ਦੂਜਾ ਵਿਆਹ ਕਰਨ ਵਿੱਚ ਕੋਈ ਵਿਸ਼ੇਸ਼ ਮੁਸ਼ਕਿਲ ਨਹੀਂ ਆਉਂਦੀ। ਔਰਤ ਲਈ ਵਿਆਹ ਕਰਨਾ ਅਤੇ ਘਰ ਵਸਾਉਣਾ ਉਸ ਦੀ ਪਹਿਲੀ ਲੋੜ ਹੁੰਦੀ ਹੈ, ਜਦੋਂ ਕਿ ਪੁਰਸ਼ ਲਈ ਆਰਥਿਕ ਪੱਖੋਂ ਸੁਯੋਗ ਹੋਣਾ ਪਹਿਲੀ ਲੋੜ ਹੁੰਦੀ ਹੈ। ਜਿਹੜਾ ਵੀ ਆਰਥਿਕ ਪੱਖੋਂ ਸੁਯੋਗ ਹੋਵੇਗਾ, ਭਾਵੇਂ ਉਹ ਔਰਤ ਹੋਵੇ ਜਾਂ ਪੁਰਸ਼, ਉਸ ਦੇ ਪਹਿਲੇ ਜਾਂ ਦੂਜੇ ਵਿਆਹ ਸੰਬੰਧੀ ਬਹੁਤੀ ਮੁਸ਼ਕਿਲ ਨਹੀਂ ਆਉਂਦੀ। ਪਤਨੀ ਦੇ ਮਰਨ ਨਾਲ ਪਤੀ ਦਾ ਰੋਜ਼ਗਾਰ ਅਤੇ ਘਰ ਉਵੇਂ ਦੇ ਉਵੇਂ ਬਣੇ ਰਹਿੰਦੇ ਹਨ। ਘਰ ਕੰਮ ਕਰਨ ਵਾਲੀ ਔਰਤ ਦੀ ਅਸਾਮੀ ਖਾਲੀ ਹੋ ਜਾਂਦੀ ਹੈ, ਜਦੋਂ ਕਿ ਪਤੀ ਦੇ ਮਰਨ ਉਪਰੰਤ ਔਰਤ ਦਾ ਨਿਰਵਾਹ ਅਤੇ ਘਰ ਲਈ ਕਮਾਉਣ ਦਾ ਸਾਧਨ ਸਭ ਕੁਝ ਰੁਕ ਜਾਂਦਾ ਹੈ ਅਤੇ ਔਰਤ ਸਭ ਪਾਸਿਆਂ ਤੋਂ ਨਿਹੱਥੀ ਅਤੇ ਨਿਰਸਾਧਨ ਹੋ ਜਾਂਦੀ ਹੈ, ਕਿਉਂਕਿ ਵਿਆਹ ਸੰਬੰਧਾਂ ਵਿੱਚ ਔਰਤ ਅਕਸਰ ਅਧੀਨਗੀ ਵਿੱਚ ਵਿਚਰਦੀ ਹੈ ਅਤੇ ਪੁਰਸ਼ ਸਰਦਾਰੀ ਕਰਦਾ ਹੈ। ਦੂਜੇ ਵਿਆਹ ਰਾਹੀਂ ਪੁਰਸ਼ ਨੂੰ ਆਪਣੀ ਸਰਦਾਰੀ ਦੂਜੀ ਵਾਰੀ ਸਥਾਪਿਤ ਕਰਨ ਦਾ ਅਵਸਰ ਮਿਲਦਾ ਹੈ, ਜਦੋਂ ਕਿ ਵਿਧਵਾ ਨੂੰ ਦੂਜੀ ਵਾਰੀ ਸਜ਼ਾ ਭੁਗਤਣ ਲਈ ਕਿਹਾ ਜਾਂਦਾ ਹੈ। ਇਸ ਸਥਿਤੀ ਵਿੱਚ ਦੋਹਾਂ ਧਿਰਾਂ ਦੇ ਪ੍ਰਤੀਕਰਮਾਂ ਦਾ ਅਨੁਮਾਨ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਪਰੰਪਰਾਗਤ ਸਮਾਜਾਂ ਵਿੱਚ ਪੁਰਸ਼ ਤੋਂ ਇਹ ਆਸ ਵੀ ਕੀਤੀ ਜਾਂਦੀ ਹੈ ਕਿ ਉਹ ਵਿਰਲਾਪ ਨਾ ਕਰੇ ਅਤੇ ਪੁਰਸ਼ ਹੋਣ ਕਾਰਨ ਟੱਬਰ ਨੂੰ ਚੱਲਦਾ ਰੱਖੇ। ਸਾਡੇ ਸਮਾਜ ਵਿੱਚ ਵਿਧਵਾ ਹੋਣਾ ਔਰਤ ਦੀ ਬਦਕਿਸਮਤੀ ਹੀ ਨਹੀਂ, ਸਗੋਂ ਉਸ ਦਾ ਦੋਸ਼ ਵੀ ਸਮਝਿਆ ਜਾਂਦਾ ਹੈ, ਜਦੋਂ ਕਿ ਰੰਡੇ ਹੋਣ ਨੂੰ ਇੱਕ ਨੁਕਸਾਨ ਜਾਂ ਸਮੱਸਿਆ ਹੀ ਸਮਝਿਆ ਜਾਂਦਾ ਹੈ। ਵਿਧਵਾ ਦੇ ਦੁਬਾਰਾ ਵਿਆਹ ਕਰਾਉਣ ਦੇ ਰਾਹ ਵਿੱਚ ਵੱਡੀ ਮੁਸ਼ਕਲ ਰਿਸ਼ਤੇਦਾਰ ਔਰਤਾਂ ਹੀ ਬਣਦੀਆਂ ਹਨ, ਜਦੋਂ ਕਿ ਰੰਡੇ ਦਾ ਵਿਆਹ ਕਰਾਉਣ ਵਿੱਚ ਸਭ ਤੋਂ ਵੱਧ ਮਦਦ ਰਿਸ਼ਤੇਦਾਰ ਔਰਤਾਂ ਕਰਦੀਆਂ ਹਨ। ਬੱਚੇ ਹੋਣ ਦੀ ਸੂਰਤ ਵਿੱਚ ਇੱਕ ਰੰਡਾ ਵਿਅਕਤੀ ਉਹਨਾਂ ਨੂੰ ਬਹਾਨੇ ਵਜੋਂ ਵਰਤ ਕੇ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਹੈ। ਆਪਣੇ ਸਹੁਰਿਆਂ ਨਾਲ ਸੰਬੰਧ ਸਾਵੇਂ ਨਾ ਹੋਣ ਦੀ ਸੂਰਤ ਵਿੱਚ ਰੰਡੇ ਜਾਂ ਤਲਾਕਸ਼ੁਦਾ ਵਿਅਕਤੀ ਲਈ ਦੂਜਾ ਵਿਆਹ ਆਪਣੀ ਅਸਫਲਤਾ ਨੂੰ ਸਫਲਤਾ ਵਿੱਚ ਬਦਲਣ ਦਾ ਇੱਕ ਉਪਰਾਲਾ ਵੀ ਹੁੰਦਾ ਹੈ। ਕਾਰਨ ਕੁਝ ਵੀ ਹੋਵੇ, ਬਹਾਨਾ ਕੋਈ ਵੀ ਹੋਵੇ, ਇੱਕ ਰੰਡਾ ਵਿਅਕਤੀ ਕੁਆਰੀ ਔਰਤ ਨੂੰ ਆਪਣੀ ਦੂਜੀ ਪਤਨੀ ਬਣਾ ਕੇ ਆਪਣੇ ਆਪ ਨੂੰ ਮੁੜ ਜਵਾਨ ਸਮਝਦਾ ਹੈ ਅਤੇ ਆਪਣੇ ਆਪ ਨੂੰ ਇਹ ਭੁਲੇਖਾ ਪਾਉਂਦਾ ਹੈ ਕਿ ਉਹ ਸਭ ਕੁਝ ਠੀਕ ਠਾਕ ਕਰ ਲਵੇਗਾ। ਇਵੇਂ ਰੰਡਾਪਨ ਪੁਰਸ਼ ਲਈ ਸਰਾਪ ਦੀ ਥਾਂ ਵਰਦਾਨ ਬਣ ਜਾਂਦਾ ਹੈ, ਪਰ ਹੌਲੀ ਹੌਲੀ ਜਦੋਂ ਦੂਜੇ ਵਿਆਹ ਦੀਆਂ ਸਮੱਸਿਆਵਾਂ ਉਪਜਦੀਆਂ ਹਨ ਤਾਂ ਉਸ ਨੂੰ ਇਨਾਮ ਮੁਸੀਬਤ ਲੱਗਣ ਲੱਗ ਪੈਂਦਾ ਹੈ। ਉਪਰੋਕਤ ਸਥਿਤੀ ਵਿੱਚ ਕੁਆਰੀ ਔਰਤ ਨੂੰ ਵਿਆਹ ਜਾਂ ਪੁਰਾਣਾ ਪੁਰਸ਼ ਮਿਲਣ ਕਾਰਨ ਵਧੀਕੀ ਹੋਈ ਹੁੰਦੀ ਹੈ ਅਤੇ ਉਹ ਅਚੇਤ ਹੀ ਆਪਣੇ ਪਤੀ ਤੋਂ ਬਦਲੇ ਲੈਂਦੀ ਹੈ। ਤਲਾਕ ਦੀ ਸਮੱਸਿਆ ਸਿੱਧੇ ਤੌਰ ਉੱਤੇ ਦੂਜੇ ਵਿਆਹ ਨਾਲ ਜੁੜੀ ਹੋਈ ਹੈ। ਤਲਾਕ ਦਾ ਸਿੱਧਾ ਉਦੇਸ਼ ਦੂਜਾ ਵਿਆਹ ਕਰਨ ਦੀ ਯੋਗਤਾ ਪ੍ਰਾਪਤ ਕਰਨਾ ਹੁੰਦਾ ਹੈ। ਅਜੋਕੇ ਯੁੱਗ ਵਿੱਚ ਇਹ ਇੱਕ ਭੁਲੇਖਾ ਹੈ ਕਿ ਵਿਆਹ ਟੁੱਟ ਰਹੇ ਹਨ ਜਦੋਂ ਕਿ ਤਲਾਕ ਵੱਧ ਰਹੇ ਹਨ, ਪਰ ਅਸਲੀਅਤ ਇਹ ਹੈ ਕਿ ਅਣਸੁਖਾਵੇਂ ਵਿਆਹ ਜਾਂ ਨਰੜ ਕੇ ਬਣਾਏ ਹੋਏ ਵਿਆਹ ਹੀ ਟੁੱਟ ਰਹੇ ਹਨ, ਜਦੋਂ ਕਿ ਸੁਖਾਵੇਂ ਵਿਆਹ ਅਤੇ ਸੁਖੀ ਘਰ ਦੀ ਅਭਿਲਾਸ਼ਾ ਪੁਰਸ਼ਾਂ ਅਤੇ ਇਸਤਰੀਆਂ ਦੋਹਾਂ ਵਿੱਚ ਵੱਧ ਰਹੀ ਹੈ। ਜਿਤਨੇ ਤਲਾਕ ਹੁੰਦੇ ਹਨ, ਉਤਨੇ ਹੀ ਸਮਾਜ ਵਿੱਚ ਵਧੇਰੇ ਵਿਆਹ ਹੁੰਦੇ ਹਨ। ਦੂਜਾ ਵਿਆਹ ਹੁਣ ਸਮਾਜ ਵਿੱਚ ਪ੍ਰਵਾਨ ਹੋਣ ਲੱਗ ਪਿਆ ਹੈ। ਤਲਾਕਸ਼ੁਦਾ ਵਿਅਕਤੀ ਆਪਣੇ ਚੰਗਾ ਹੋਣ ਦੇ ਤੱਥ ਨੂੰ ਸਥਾਪਿਤ ਕਰਨ ਲਈ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਹੈ ਅਤੇ ਕਾਮ ਸੰਭੋਗ ਵਿੱਚ ਉਸ ਦਾ ਮੁੱਢਲਾ ਵਿਹਾਰ ਬੜਾ ਜੋਸ਼ੀਲਾ ਹੁੰਦਾ ਹੈ। ਕਈ ਵਾਰੀ ਗਲਤ ਥਾਂ ਵਿਆਹ ਹੋਣ ਕਾਰਨ ਗਲਤ ਵਿਅਕਤੀ ਤੋਂ ਛੁਟਕਾਰਾ ਪਾਉਣ ਲਈ ਵੀ ਤਲਾਕ ਲਿਆ ਜਾਂਦਾ ਹੈ ਅਤੇ ਕਈ ਵਾਰੀ ਪਹਿਲੇ ਵਿਆਹ ਦੇ ਅਣਸੁਖਾਵੇਂ ਅਨੁਭਵ ਕਰਕੇ ਦੂਜਾ ਵਿਆਹ ਕਰਨ ਤੋਂ ਡਰ ਵੀ ਲੱਗਦਾ ਹੈ, ਪਰ ਆਪਣੇ ਚੰਗਾ ਹੋਣ ਦਾ ਭੁਲੇਖਾ ਸਿਰਜ ਕੇ ਅਤੇ ਦੂਜੀ ਧਿਰ ਦੇ ਸਿਰ ਵਿਆਹ ਟੁੱਟਣ ਦਾ ਸਾਰਾ ਦੋਸ਼ ਮੜਨ ਨਾਲ ਇਹ ਧਿਰ ਵੀ ਕੋਈ ਨਾ ਕੋਈ ਬਹਾਨਾ ਬਣਾ ਕੇ ਦੂਜਾ ਵਿਆਹ ਕਰਵਾਉਣ ਲਈ ਤਿਆਰ ਹੋ ਜਾਂਦੀ ਹੈ। ਸਾਡੇ ਸਮਾਜ ਵਿੱਚ ਤਲਾਕਸ਼ੁਦਾ ਪੁਰਸ਼ਾਂ ਅਤੇ ਔਰਤਾਂ ਦਾ ਇੱਕ ਨਵਾਂ ਵਰਗ ਉਸਰ ਰਿਹਾ ਹੈ। ਅਜਿਹੇ ਪੁਰਸ਼ਾਂ ਅਤੇ ਔਰਤਾਂ ਵਿਚਕਾਰ ਨਵੀਆਂ ਥਾਵਾਂ ਤੇ ਦੂਜੇ ਵਿਆਹ ਦੀਆਂ ਸੰਭਾਵਨਾਵਾਂ ਵੀ ਉਜਾਗਰ ਹੋ ਰਹੀਆਂ ਹਨ। ਵਿਆਹ ਸੰਬੰਧੀ ਸੰਜੋਗਾਂ ਵਾਲਾ ਭਰਮ ਦੂਜੇ ਵਿਆਹ ਉੱਤੇ ਲਾਗੂ ਨਹੀਂ ਹੁੰਦਾ, ਕਿਉਂਕਿ ਹੁਣ ਦੂਜੇ ਵਿਆਹ ਨੂੰ ਇੱਕ ਲੋੜ ਸਮਝਿਆ ਜਾਣ ਲੱਗ ਪਿਆ ਹੈ।
ਜਦੋਂ ਕਿ ਤਲਾਕਸ਼ੁਦਾ ਪੁਰਸ਼ ਦਾ ਇੱਕ ਤਲਾਕਸ਼ੁਦਾ ਔਰਤ ਨਾਲ ਵਿਆਹ ਹੁੰਦਾ ਹੈ ਤਾਂ ਉਹਨਾਂ ਦੇ ਬਿਸਤਰੇ ਵਿੱਚ 2 ਨਹੀਂ 4 ਬੰਦੇ ਵੜੇ ਹੁੰਦੇ ਹਨ ਅਤੇ ਨਵੇਂ ਪਤੀ ਪਤਨੀ ਵਿਚਲਾ ਸਭ ਪ੍ਰਕਾਰ ਦਾ ਲੈਣ ਦੇਣ ਉਪਭਾਵਕਤਾ ਰਹਿਤ ਅਤੇ ਵਧੇਰੇ ਯਥਾਰਥਕ ਪੱਧਰ ਉੱਤੇ ਸਿੱਧਾ ਅਤੇ ਸਪਸ਼ਟ ਹੁੰਦਾ ਹੈ। ਕਈ ਥਾਈਂ ਦੂਜਾ ਵਿਆਹ ਇਤਨਾ ਵਧੇਰੇ ਸਫਲ ਹੁੰਦਾ ਹੈ ਕਿ ਪਹਿਲਾ ਵਿਆਹ ਯਾਦ ਹੀ ਨਹੀਂ ਆਉਂਦਾ। ਸੱਚ ਤਾਂ ਇਹ ਹੈ ਕਿ ਇਹ ਦੱਸਿਆ ਹੀ ਨਹੀਂ ਜਾ ਸਕਦਾ ਕਿ ਪਹਿਲਾ ਵਿਆਹ ਵਧੇਰੇ ਸਫਲ ਹੁੰਦਾ ਹੈ ਜਾਂ ਦੂਜਾ। ਭਾਰਤ ਵਿੱਚ ਸਥਿਤੀ ਅਜੇ ਦੂਜੇ ਵਿਆਹ ਤੱਕ ਹੀ ਪਹੁੰਚੀ ਹੈ, ਜਦੋਂ ਕਿ ਯੂਰਪ ਅਮਰੀਕਾ ਵਿੱਚ ਤੀਜੇ ਚੌਥੇ ਪੰਜਵੇਂ ਵਿਆਹ ਨੂੰ ਵੀ ਆਮ ਗੱਲ ਸਮਝਿਆ ਜਾਂਦਾ ਹੈ। ਸਾਡੇ ਦੇਸ਼ ਵਿੱਚ ਹੁਣ ਦੂਜੇ ਵਿਆਹ ਨੂੰ ਵੀ ਪਹਿਲੇ ਵਿਆਹ ਜਿੰਨਾ ਹੀ ਸਨਮਾਨ ਮਿਲਣ ਲੱਗ ਪਿਆ ਹੈ ਅਤੇ ਦੂਜਾ ਵਿਆਹ ਇੱਕ ਸਮੱਸਿਆ ਨਾ ਰਹਿ ਕੇ ਨਿਤਾ ਪ੍ਰਤੀ ਦੇ ਜੀਵਨ ਦਾ ਇੱਕ ਆਮ ਸਾਧਾਰਨ ਅੰਗ ਬਣ ਗਿਆ ਹੈ। ਪੂੰਜੀਵਾਦ ਨੇ ਜਦੋਂ ਹਰ ਖੇਤਰ ਵਿੱਚ ਵੰਨ ਸੁਵੰਨਤਾ ਲੈ ਕੇ ਆਂਦੀ ਹੈ ਤਾਂ ਵਿਆਹ ਦਾ ਖੇਤਰ ਇਸ ਦੇ ਪ੍ਰਭਾਵਾਂ ਤੋਂ ਕਿਵੇਂ ਬਚ ਸਕਦਾ ਹੈ। ਦੂਜੇ ਵਿਆਹ ਵਾਲੇ ਨਵੇਂ ਪਤੀ ਪਤਨੀ ਇੱਕ ਦੂਜੇ ਨੂੰ ਨਵੇਂ ਮਾਡਲ ਸਮਝਣ ਲੱਗ ਪਏ ਹਨ ਅਤੇ ਵਿਆਹ ਦੇ ਖੇਤਰ ਵਿੱਚ ਵੀ ਨਵੇਂ ਪ੍ਰਯੋਗ ਕਰਨ ਦੀ ਰੁਚੀ ਬਲਵਾਨ ਹੋ ਰਹੀ ਹੈ। ਦੂਜਾ ਵਿਆਹ ਇੱਕ ਨਵਾਂ ਪ੍ਰਯੋਗ ਹੁੰਦਾ ਹੈ। ਇਸ ਦੂਜੇ ਵਿਆਹ ਦੀ ਸਫਲਤਾ ਜਾਂ ਅਸਫਲਤਾ ਪ੍ਰਯੋਗ ਕਰਨ ਉਪਰੰਤ ਹੀ ਨਿਰਖੀ ਪਰਖੀ ਸਮਝੀ ਅਤੇ ਸਮਝਾਈ ਜਾ ਸਕਦੀ ਹੈ। ਬਹੁਤ ਬਹੁਤ ਸ਼ੁਕਰੀਆ ਜੀ।